जिस तरीके के इल्ज़ाम लगे ने बैन साहब के उपर बड़े संगीन ने, बड़े गंभीर इल्ज़ाम ने। ये फर्स्ट टाइम होया कि किसी औरत ने बैन साहब प्रति ये गंभीर इल्ज़ाम लगाए। उस लेडी ਨੂੰ ਜਾਣਦੇ ਹੋ ਤੁਸੀਂ? नहीं, मैं जस्ट वो 2 बारी आई है इत्थे, मैं उन्होंने उदों ही देखा जिवें बाकी पब्लिक नाल बैन साहब डीलिंग करते हैं उवें उन्हां नाल ही गलबात की गई। कहते ने कहते लाइट बंद कर दी जाती सी कि आवाज़ बाहर नहीं जाती है। जो वैसा तो बहन भरा वांग काम कराउंदे आ, ऐसी कोई गल नहीं होई कदे। सानूं अज तक कोई इदां दा डर नहीं आया। असीं जा भी सकते हैं, कदे भी बाहर आ सकते हो। दबाਅ ਤਾਂ ਨਹੀਂ ਹੋ ਕਿਸੇ ਦੇ ਦਬਾਅ ਦੇ ਵਿੱਚ ਵੀ ਤੁਹਾਡੀ ਨੌਕਰੀ ਨਾ ਜਾਂਦੀ ਲੱਗੇ? नहीं भाजी, नौकरी का कोई दबाव नहीं। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਲੁਧਿਆਣਾ ਦੀ ਹੀ ਰਹਿਣ ਵਾਲੀ ਇੱਕ ਮਹਿਲਾ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਨੇ ਕਿ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਉਹਨਾਂ ਦੇ ਨਾਲ ਕਈ ਵਾਰ ਬਲਾਤਕਾਰ ਕੀਤਾ ਗਿਆ ਔਰ ਉਹਨਾਂ ਦੇ ਉੱਤੇ ਜਬਰ ਜਨਾਹ ਕੀਤਾ। ਸਾਡੇ ਨਾਲ ਇਸ ਟਾਈਮ ਸਿਮਰਜੀਤ ਸਿੰਘ ਬੈਂਸ ਉਹਨਾਂ ਦੇ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਕਰਮਚਾਰੀ ਹੈ। ਅੱਜ ਇਸ ਦਫ਼ਤਰ ਦੀ ਪੂਰੀ ਵਰਕਿੰਗ ਕਿਵੇਂ ਚੱਲਦੀ ਹੈ, ਕਿਵੇਂ ਇੱਥੇ ਕੰਮ ਕਰਵਾਏ ਜਾਂਦੇ ਨੇ, ਕਿਵੇਂ ਲੋਕ ਬੈਂਸ ਸਾਹਿਬ ਨੂੰ ਮਿਲਣ ਦੇ ਲਈ ਆਉਂਦੇ ਨੇ, ਇਹ ਵੀ ਜਾਣਾਂਗੇ ਔਰ ਜਾਣਾਂਗੇ ਉਸ ਕਮਰੇ ਦਾ ਰਾਜ ਵੀ ਜਿਸ ਕਮਰੇ ਦੇ ਬਾਰੇ ਉਕਤ ਮਹਿਲਾ ਦੇ ਵੱਲੋਂ ਇੱਕ ਆਡੀਓ ਕਲਿੱਪ ਦੇ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ। ਵੱਖ-ਵੱਖ ਇੰਟਰਵਿਊਜ਼ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਵੀ ਇੱਕ ਖੂਫੀਆ ਕਮਰਾ ਕੀ ਹੈ, ਕਿੱਦਾਂ ਪ੍ਰੋਸੈਸ ਕਿਵੇਂ ਚੱਲਦਾ ਹੈ। ਜੇ ਕੋਈ ਬੈਂਸ ਸਾਹਿਬ ਨੂੰ ਮਿਲਣ ਆਉਂਦਾ ਹੈ ਜਾਂ ਕੰਮ ਕਰਵਾਉਣਾ ਹੁੰਦਾ ਹੈ, ਚਾਹੇ ਉਹ ਲੇਡੀ ਹੈ ਚਾਹੇ ਉਹ ਮੇਲ ਹੈ, ਕਿਵੇਂ ਚੱਲਦਾ ਇੱਥੇ ਵਰਕਿੰਗ? ਸਵੇਰੇ 9 ਵਜੇ ਦਫ਼ਤਰ ਓਪਨ ਹੁੰਦਾ ਹੈ। ਉਸ ਤੋਂ ਬਾਅਦ ਬੈਂਸ ਸਾਹਿਬ ਆਉਂਦੇ ਆ। ਜਿਨ੍ਹਾਂ ਨੇ ਬੈਂਸ ਸਾਹਿਬ ਨੂੰ ਮਿਲਣਾ ਹੁੰਦਾ ਉਹ ਬੈਂਸ ਸਾਹਿਬ ਦੇ ਦਫ਼ਤਰ 'ਚ ਮਿਲਦੇ ਆ। ਜਿਨ੍ਹਾਂ ਦਾ ਕੰਮ ਸਾਡੇ ਨਾਲ ਹੁੰਦਾ ਉਹ ਇੱਥੇ ਬਾਹਰ ਕਾਊਂਟਰ ਬਣੇ ਹੋਏ ਆ। ਅਸੀਂ ਇੱਥੇ ਬਹਿ ਕੇ ਪਬਲਿਕ ਡੀਲਿੰਗ ਦਾ ਕੰਮ ਕਰਦੇ ਹਾਂ। ਇੱਥੇ ਬਹਿ ਕੇ ਪਬਲਿਕ ਡੀਲਿੰਗ ਹੁੰਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਂਸ ਸਾਹਿਬ ਦਫ਼ਤਰ ਰਹਿੰਦੇ ਨੇ ਜਾਂ ਫਿਰ ਬਾਹਰ ਚਲੇ ਜਾਂਦੇ ਨੇ? ਉਸ ਤੋਂ ਬਾਅਦ ਕਰਮਚਾਰੀ ਸਾਰਾ ਦੇਖਦੇ ਨੇ ਦਫ਼ਤਰ? ਬੈਂਸ ਸਾਹਿਬ ਤਕਰੀਬਨ 2 ਘੰਟੇ, ਕਈ ਵਾਰੀ 2.5 ਘੰਟੇ ਸਾਰਾ ਪਬਲਿਕ ਡੀਲਿੰਗ ਕਰਕੇ ਚਲੇ ਜਾਂਦੇ ਆ। ਉਸ ਤੋਂ ਬਾਅਦ ਉਹ ਸ਼ਾਮ ਨੂੰ ਬੈਠਦੇ ਆ। ਅੱਛਾ, ਜਿਹੜੇ ਇਹ ਕਾਊਂਟਰ ਬਣੇ ਨੇ ਅਲੱਗ-ਅਲੱਗ, ਇਹਦੇ ਵਿੱਚ ਜੈਂਟਸ ਦੇ ਵਾਸਤੇ ਕਾਊਂਟਰ ਅਲੱਗ ਬਣਾਇਆ ਗਿਆ, ਲੇਡੀਜ਼ ਵਾਸਤੇ ਅਲੱਗ ਬਣਾਇਆ? ਨਹੀਂ, ਇਦਾਂ ਦੀ ਕੁਝ ਨਹੀਂ ਹੈ। ਜੈਂਟਸ ਔਰ ਲੇਡੀਜ਼ ਅਸੀਂ ਇੱਥੇ ਰਲ ਕੇ ਕੰਮ ਕਰਦੇ ਹਾਂ। ਐਜ਼ ਅ ਬ੍ਰਦਰ ਸਿਸਟਰ ਜੋ ਵੀ ਅਸੀਂ ਰਲ ਕੇ ਕੰਮ ਕਰਦੇ ਹਾਂ। ਕਿੰਨੇ ਕਰਮਚਾਰੀ ਹੋਣਗੇ, ਕਿੰਨੀਆਂ ਮਹਿਲਾਵਾਂ ਨੇ, ਕਿੰਨੇ ਇੱਥੇ ਲੜਕੇ ਕੰਮ ਕਰਦੇ ਨੇ? ਅਸੀਂ ਇੱਥੇ 2 ਲੜਕੀਆਂ, ਉਸ ਤੋਂ ਇਲਾਵਾ ਬਾਕੀ ਸਾਰੇ ਜੈਂਟਸ ਹੀ ਹੈ। ਕੁਝ ਲੜਕੇ ਉਹਨਾਂ ਨਾਲ ਹੁੰਦੇ ਆ, ਕੁਝ ਸਾਡੇ ਨਾਲ ਦਫ਼ਤਰ 'ਚ ਬਹਿ ਕੇ ਹੈਲਪ ਕਰਦੇ ਆ। ਜਦੋਂ ਬੈਂਸ ਸਾਹਿਬ ਚਲੇ ਜਾਂਦੇ ਤਕਰੀਬਨ ਉਹ ਵੀ ਨਾਲ ਚਲੇ ਜਾਂਦੇ। ਜਿਸ ਤਰੀਕੇ ਦੇ ਇਲਜ਼ਾਮ ਲੱਗੇ ਨੇ ਬੈਂਸ ਸਾਹਿਬ ਦੇ ਉੱਪਰ ਬੜੇ ਸੰਗੀਨ ਨੇ, ਬੜੇ ਗੰਭੀਰ ਇਲਜ਼ਾਮ ਨੇ, ਕਦੇ ਕੁਛ ਇੱਦਾਂ ਦਾ ਦੇਖਿਆ ਇਹਨਾਂ 2.5 ਸਾਲਾਂ ਦੇ ਦੌਰਾਨ? ਕਦੇ ਕਿਸੇ ਔਰਤ ਦੇ ਵੱਲੋਂ ਇੱਥੇ ਕੋਈ ਸ਼ਿਕਾਇਤ ਇੱਦਾਂ ਦੀ ਕੀਤੀ ਗਈ ਹੋਵੇ? ਨਹੀਂ, ਕਦੇ ਇਦਾਂ ਦਾ ਨਹੀਂ ਦੇਖਿਆ। ਇਹ ਫਸਟ ਟਾਈਮ ਹੋਇਆ ਕਿ ਕਿਸੇ ਔਰਤ ਨੇ ਬੈਂਸ ਸਾਹਿਬ ਪ੍ਰਤੀ ਇਹ ਗੰਭੀਰ ਇਲਜ਼ਾਮ ਲਗਾਏ ਨੇ। ਉਸ ਲੇਡੀ ਨੂੰ ਜਾਣਦੇ ਹੋ ਤੁਸੀਂ? ਨਹੀਂ, ਮੈਂ ਜਸਟ ਉਹ 2 ਵਾਰੀ ਆਈ ਹੈ ਇੱਥੇ, ਮੈਂ ਉਹਨੂੰ ਉਦੋਂ ਹੀ ਦੇਖਿਆ ਜਿਵੇਂ ਬਾਕੀ ਪਬਲਿਕ ਨਾਲ ਬੈਂਸ ਸਾਹਿਬ ਡੀਲਿੰਗ ਕਰਦੇ ਆ ਉਵੇਂ ਉਹਨਾਂ ਨਾਲ ਹੀ ਗੱਲਬਾਤ ਕੀਤੀ ਗਈ। ਉਹਨਾਂ ਦਾ ਜੋ ਮਸਲਾ ਸੀ ਉਹ ਸੁਲਝਾਇਆ ਗਿਆ। ਉਸ ਤੋਂ ਇਲਾਵਾ ਹੋਰ ਮੈਂ ਉਹਨਾਂ ਨੂੰ ਕਦੇ ਨਹੀਂ ਦੇਖਿਆ। ਜਿਵੇਂ ਹਰ ਕੋਈ ਆਪਣੀ ਸ਼ਿਕਾਇਤ ਲੈ ਕੇ ਆਉਂਦਾ ਹੈ, ਚਾਹੇ ਉਹ ਕਾਗਜ਼ੀ ਪੱਤਰੀ ਹੋਵੇ, ਕਿਸੇ ਦਫ਼ਤਰ ਦੇ ਵਿੱਚ ਕੋਈ ਸਕੀਮ ਦਾ ਸਰਕਾਰੀ ਦਾ ਲਾਭ ਲੈਣਾ ਹੋਵੇ, ਚਾਹੇ ਕੋਈ ਦਰਖਾਸਤ ਦੇਣੀ ਹੋਵੇ ਅੱਗੇ ਫਾਰਵਰਡ ਕਰਵਾਉਣ ਵਾਸਤੇ, ਤਾਂ ਉਸ ਮਹਿਲਾ ਦੇ ਵੱਲੋਂ ਵੀ ਕਦੀ ਕੋਈ ਦਰਖਾਸਤ ਇੱਥੇ ਲਿਖਤੀ ਕੋਈ ਦਿੱਤੀ ਹੋਵੇ, ਕੋਈ ਲਿਖਤੀ ਰੂਪ ਦੇ ਵਿੱਚ ਕੋਈ ਸ਼ਿਕਾਇਤ ਕੀਤੀ ਹੋਵੇ? ਨਹੀਂ, ਇੱਦਾਂ ਕਦੇ ਨਹੀਂ। ਜਿਨ੍ਹਾਂ ਜੇ ਲਿਖਤੀ ਰੂਪ ਵਿੱਚ ਕਿਸੇ ਨੇ ਦੇਣੀ ਹੁੰਦੀ ਹੈ ਸਿੱਧਾ ਬੈਂਸ ਸਾਹਿਬ ਨੂੰ ਮਿਲ ਲੈਂਦੇ ਨੇ। ਬਾਕੀ ਸਾਡਾ ਕੰਮ ਇੱਥੇ ਫਾਰਮ ਭਰਨ ਦਾ, ਕੋਈ ਸਰਕਾਰੀ ਸਕੀਮ ਲੋਕਾਂ ਨੂੰ ਸਮਝਾਉਣਾ, ਉਹਦੇ ਬਾਰੇ ਕੰਮ ਕਰਨਾ ਹੈ। ਜੇ ਕਿਸੇ ਨੇ ਕੋਈ ਦਰਖਾਸਤ ਸਾਡੇ ਤੱਕ ਸੀਮਿਤ ਹੈ ਤਾਂ ਸਾਨੂੰ ਹੀ ਦੇ ਜਾਂਦੇ ਆ। ਜੇ ਉਹ ਦਰਖਾਸਤ ਬੈਂਸ ਸਾਹਿਬ ਨੂੰ ਦੇਣੀ ਤਾਂ ਸਿੱਧਾ ਬੈਂਸ ਸਾਹਿਬ ਨੂੰ ਮਿਲਦੇ ਨੇ ਆ ਕੇ। ਅੱਛਾ, ਕਦੀ 2.5 ਸਾਲਾਂ ਦਾ ਤੁਸੀਂ ਵੀ ਇੱਥੇ ਤੋਂ ਕੰਮ ਕਰ ਰਹੇ ਹੋ, ਕਿੰਨੇ ਕੁ ਲੋਕਾਂ ਦੀ ਡੀਲਿੰਗ ਡੇਲੀ ਹੁੰਦੀ ਹੈ ਇਸ ਦਫ਼ਤਰ ਦੇ ਵਿੱਚ? ਕਿੰਨੇ ਕੁ ਲੋਕ ਆਉਂਦੇ ਨੇ ਰੋਜ਼? 200-250 ਦੇ ਕਰੀਬ। ਜ਼ਿਆਦਾ ਵੀ ਹੋ ਜਾਂਦੇ ਆ ਕਈ ਵਾਰੀ ਘੱਟ ਵੀ ਹੁੰਦੇ ਆ ਕਿ ਜਿੰਦਾ ਜੋ ਕੰਮ ਹੁੰਦਾ ਉਸ ਅਕੋਰਡਿੰਗ ਆਪਣਾ ਕੰਮ ਕਰਵਾ ਕੇ ਇੱਥੋਂ ਚਲਾ ਜਾਂਦਾ। ਪਰ ਜਿਸ ਤਰੀਕੇ ਨਾਲ ਮਹਿਲਾ ਦੇ ਵੱਲੋਂ ਕਿਹਾ ਜਾ ਰਿਹਾ, ਮੈਨੂੰ ਇੱਕ ਖੂਫੀਆ ਕਮਰੇ ਦੇ ਵਿੱਚ ਬੁਲਾ ਲਿਆ ਜਾਂਦਾ ਸੀਗਾ, ਮੈਂ ਚਾਹੂੰਗਾ ਇੱਕ ਵਾਰੀ ਤੁਸੀਂ ਇਸ ਦਫ਼ਤਰ ਦੇ ਵਿੱਚ ਵੀ ਦਿਖਾ ਦਿਓ ਵੀ ਸਿਮਰਜੀਤ ਸਿੰਘ ਬੈਂਸ ਹੋਰੀ ਕਿੱਥੇ ਬਹਿੰਦੇ ਨੇ ਔਰ ਉਹ ਖੂਫੀਆ ਕਮਰਾ ਕਿਹੜਾ ਹੈ ਜਿਹਦਾ ਜ਼ਿਕਰ ਉਸ ਮਹਿਲਾ ਦੇ ਵੱਲੋਂ ਕੀਤਾ ਜਾ ਰਿਹਾ। ਹਾਂਜੀ, ਜ਼ਰੂਰ ਜੀ। ਇਹ ਸਾਡਾ ਕਾਊਂਟਰ ਜਿੱਥੇ ਬੈਠ ਕੇ ਪਬਲਿਕ ਡੀਲਿੰਗ ਹੁੰਦੀ ਹੈ। ਉਸ ਤੋਂ ਅੱਗੇ ਆਪਾਂ ਜਾਂਦੇ ਉੱਥੇ ਆਂਦਾ ਵੱਡੇ ਬੈਂਸ ਸਾਹਿਬ ਬਲਵਿੰਦਰ ਸਿੰਘ ਬੈਂਸ ਜੀ ਦਾ ਕਮਰਾ, ਉਹਦੇ ਨਾਲ ਵਿਚਕਾਰ ਇੱਕ ਹੈਗਾ ਇਹ ਛੋਟਾ ਕਮਰਾ। ਉਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਦਾ ਰੂਮ, ਉਹ ਜਿਹੜੇ ਕਮਰੇ ਦਾ ਜ਼ਿਕਰ ਮਹਿਲਾ ਕਰ ਰਹੀ ਹੈ ਉਹ ਕਮਰੇ ਦਾ ਦਰਵਾਜ਼ਾ ਬੈਂਸ ਸਾਹਿਬ ਦੇ ਕਮਰੇ ਬਲਵਿੰਦਰ ਸਿੰਘ। ਇੱਕ ਵਾਰੀ ਉਹ ਕਮਰਾ ਆਪਾਂ ਦਿਖਾ ਦਈਏ ਜਿਸ ਕਮਰੇ ਦਾ ਉਸ ਮਹਿਲਾ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਬਾਰ-ਬਾਰ ਵੀ ਇਸ ਕਮਰੇ ਦੇ ਵਿੱਚ ਨਜਾਇਜ਼ ਤਰੀਕੇ ਦੇ ਨਾਲ ਕੰਮ ਕੀਤੇ ਜਾਂਦੇ ਨੇ ਜਾਂ ਲਾਈਟ ਆਫ ਕਰ ਦਿੱਤੀ ਜਾਂਦੀ ਹੈ, ਕੁਝ ਅਜਿਹੀਆਂ ਗੱਲਾਂ ਉਸ ਮਹਿਲਾ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ। ਤਾਂ ਆਹ ਕਮਰਾ ਭਾਜੀ ਤੁਸੀਂ ਖੁਦ ਦੇਖ ਸਕਦੇ ਹੋ।
ਇਸ ਕਮਰੇ 'ਚ ਇਧਰੋਂ ਵੀ ਰਸਤਾ ਜਾਣ ਨੂੰ ਬਲਵਿੰਦਰ ਸਿੰਘ ਬੈਂਸ ਦੇ ਰੂਮ 'ਚੋਂ ਵੀ ਦਰਵਾਜ਼ਾ ਹੈਗਾ ਜਾਣ ਨੂੰ ਸਿਮਰਜੀਤ ਸਿੰਘ ਬੈਂਸ ਦੇ ਦਫ਼ਤਰ 'ਚੋਂ ਵੀ ਜਿਹੜਾ ਇਹ ਰੂਮ ਹੈ ਇਸ ਰੂਮ ਦੇ ਸਾਹਮਣੇ ਬਿਲਕੁਲ ਉਹ ਕਾਊਂਟਰ ਤੁਸੀਂ ਦੇਖ ਸਕਦੇ ਹੋ। ਸਾਰਾ ਦਿਨ ਮੈਂ ਉਸ ਕਾਊਂਟਰ ਤੇ ਬੈਠਦੀ ਆ। ਇਸ ਕਮਰੇ 'ਚ ਜੋ ਵੀ ਹਰਕਤ ਹੁੰਦੀ ਹੈ ਜਿਵੇਂ ਹੁਣ ਇਹ ਭਾਜੀ ਬੈਠੇ ਆ ਉੱਥੇ ਬੈਠੇ ਮੈਨੂੰ ਸਾਫ਼ ਪਤਾ ਲੱਗਦਾ ਕਿ ਇੱਥੇ ਕੋਈ ਬੈਠਾ ਹੋਇਆ। ਜੇ ਇਦਾਂ ਦੀ ਕੋਈ ਗੱਲ ਹੁੰਦੀ ਤਾਂ ਭਾਜੀ ਸਾਫ਼ ਪਤਾ ਲੱਗਣਾ ਸੀ, ਪਰ ਅਸੀਂ ਕਦੇ ਇਦਾਂ ਦਾ ਉਹ ਕਹਿੰਦੇ ਲਾਈਟ ਬੰਦ ਕਰ ਦਿੱਤੀ ਜਾਂਦੀ ਸੀ ਕਿ ਆਵਾਜ਼ ਬਾਹਰ ਨਹੀਂ ਜਾਂਦੀ ਇੱਥੋਂ। ਨਹੀਂ ਜੀ, ਇਦਾਂ ਕੁਝ ਵੀ ਨਹੀਂ। ਜੇ ਆਪਾਂ ਇਸ ਏਰੀਏ ਦੇ ਵਿੱਚ ਹੈਗੇ ਆ ਤਾਂ ਆਪਾਂ ਨੂੰ ਇਸ ਰੂਮ ਦੀ ਹਰ ਆਵਾਜ਼ ਬਾਹਰ ਸੁਣਾਈ ਦਿੰਦੀ। ਅੱਛਾ, ਇਸ ਕਮਰੇ ਨੂੰ ਇੱਕ ਪਿੱਛੋਂ ਦੀ ਦਰਵਾਜ਼ਾ ਅਟੈਚ ਹੈ ਜਿਹੜਾ ਦੋ ਦਰਵਾਜ਼ੇ ਅਟੈਚ ਨੇ, ਇੱਕ ਬਲਵਿੰਦਰ ਸਿੰਘ ਬੈਂਸ ਦੇ ਰੂਮ ਨਾਲ, ਇੱਕ ਸਿਮਰਜੀਤ ਸਿੰਘ ਬੈਂਸ ਦੇ ਰੂਮ ਨਾਲ। ਦੋਨੋਂ ਬ੍ਰਦਰ ਇਸ ਰੂਮ 'ਚ ਆ ਸਕਦੇ ਆ ਪਿੱਛੋਂ ਦੀ। ਅਸੀਂ ਵੀ ਮੋਸਟਲੀ ਜਦੋਂ ਬਾਹਰ ਪਬਲਿਕ ਹੁੰਦੀ ਹੈ ਅਸੀਂ ਵੀ ਪਿਛਲੇ ਗੇਟ ਦਾ ਹੀ ਯੂਜ਼ ਕਰਦੇ ਹਾਂ ਬੈਂਸ ਸਾਹਿਬ ਦੇ ਤੱਕ ਜਾਣ ਲਈ। ਜੇ ਸਾਨੂੰ ਕੋਈ ਜ਼ਰੂਰਤ ਹੁੰਦੀ ਹੈ ਅਸੀਂ ਪਿਛਲੇ ਦਰਵਾਜ਼ੇ 'ਚੋਂ ਜਾਂਦੇ ਆ, ਅਸੀਂ ਬਾਹਰਲੇ ਦਰਵਾਜ਼ੇ 'ਚੋਂ ਘੱਟ ਜਾਂਦੇ ਹਾਂ। ਅੱਛਾ, ਮਤਲਬ ਇਹ ਦਰਵਾਜ਼ਾ ਜਿਹੜਾ ਆਫਿਸ ਦੇ ਨਾਲ ਅਟੈਚ ਹੈ ਇਹ ਲੌਕ ਕਰ ਦਿੱਤਾ ਜਾਂਦਾ ਹੈ? ਨਹੀਂ, ਲੌਕ ਨਹੀਂ ਹੁੰਦਾ, ਖੁੱਲਾ ਹੁੰਦਾ। ਅਸੀਂ ਇੱਧਰੋਂ ਵੀ ਲੰਘ ਸਕਦੇ ਹਾਂ, ਪਰ ਬਾਹਰ ਪਬਲਿਕ ਹੋਣ ਕਰਕੇ ਜਦੋਂ ਸਾਨੂੰ ਲੰਘਣ ਨੂੰ ਦਿੱਕਤ ਹੁੰਦੀ ਹੈ ਅਸੀਂ ਤਾਂ ਪਿੱਛੋਂ ਦੀ ਜਾਂਦੇ ਹਾਂ। ਜੇ ਪਬਲਿਕ ਘੱਟ ਹੈ ਫਿਰ ਅਸੀਂ ਬਾਹਰ ਦੀ ਜਾਂਦੇ, ਕੋਈ ਦਿੱਕਤ ਨਹੀਂ ਹੈ। ਕਦੀ ਇਦਾਂ ਤਾਂ ਨਹੀਂ ਹੁੰਦਾ ਵੀ ਸੀਕ੍ਰੇਟ ਕਿਸੇ ਨੂੰ ਸਮਾਂ ਦਿੱਤਾ ਦਿੰਦੇ ਹੋਣ ਬੈਂਸ ਸਾਹਿਬ, ਕਿਉਂਕਿ ਇਦਾਂ ਦੇ ਇਲਜ਼ਾਮ ਉਹਨਾਂ ਦੇ ਉੱਤੇ ਉਸ ਮਹਿਲਾ ਦੇ ਵੱਲੋਂ ਲਗਾਏ ਨੇ ਵੀ ਮੈਨੂੰ ਸਿੱਧਾ ਉਸ ਕਮਰੇ ਦੇ ਵਿੱਚ ਹੀ ਬੁਲਾਇਆ ਜਾਂਦਾ ਸੀਗਾ, ਲਾਈਟ ਆਫ ਕਰ ਦਿੱਤੀ ਜਾਂਦੀ ਸੀਗੀ, ਫੋਨ ਰਿਕਾਰਡਿੰਗਸ ਦੇ ਵਿੱਚ ਵੀ ਇਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਨਹੀਂ ਭਾਜੀ, ਇਦਾਂ ਦਾ ਕਦੇ ਨਹੀਂ। ਜੋ ਵੀ ਹੈ ਸਭ ਦੇ ਸਾਹਮਣੇ ਹੈ। ਅਸੀਂ ਕੋਲ ਖੜੇ ਹੁੰਨੇ ਆ, ਬੈਂਸ ਸਾਹਿਬ ਦੇ ਜੈਂਟਸ ਖੜੇ ਹੁੰਦੇ, ਸਭ ਕੋਲ ਹੁੰਦੇ ਆ, ਕੋਈ ਅਲੱਗ ਗੱਲ ਨਹੀਂ ਹੁੰਦੀ। ਜੋ ਵੀ ਭਾਵੇਂ ਕਿਸੇ ਦਾ ਪਰਸਨਲ ਮੈਟਰ ਉਹ ਵੀ ਸਾਡੇ ਸਾਹਮਣੇ ਡਿਸਕਸ ਕਰਨਾ ਪੈਂਦਾ, ਕਰਦੇ ਆ, ਸਭ ਲੋਕ ਕਰਦੇ ਆ, ਕੋਈ ਅਲੱਗ ਵਾਲੀ ਗੱਲ ਨਹੀਂ ਹੈ ਇੱਥੇ। ਤਾਂ ਇਸ ਕਮਰੇ ਦਾ ਵੈਸੇ ਉਹਦਾ ਮੋਟਿਵ ਕੀ ਹੈ? ਕਿਉਂਕਿ ਦਫ਼ਤਰ ਉਧਰ ਵੀ ਹੈ ਸਿਮਰਜੀਤ ਸਿੰਘ ਬੈਂਸ ਹੋਰਾਂ ਦਾ ਦਫ਼ਤਰ, ਇੱਧਰ ਵੀ ਬਲਵਿੰਦਰ ਸਿੰਘ ਬੈਂਸ ਹੋਰਾਂ ਦਾ ਦਫ਼ਤਰ ਹੈਗਾ। ਇਹਦਾ ਕੀ ਮੋਟਿਵ, ਕਿਸ ਪਰਪਸ ਦੇ ਨਾਲ ਇਸ ਦਫ਼ਤਰ ਨੂੰ ਬਣਾਇਆ ਸੀ, ਇਸ ਕਮਰੇ ਨੂੰ? ਜਸਟ ਰੈਸਟ ਰੂਮ ਹੈ, ਇਦਾਂ ਦੀ ਕੋਈ ਦਿੱਕਤ ਨਹੀਂ, ਕੋਈ ਪਾਬੰਦੀ ਨਹੀਂ ਹੈ ਸਾਨੂੰ ਇਸ ਰੂਮ 'ਚ ਆਉਣ ਨੂੰ। ਅਸੀਂ ਕਦੇ ਵੀ ਇਸ ਰੂਮ 'ਚ ਆ ਸਕਦੇ ਹਾਂ, ਕਦੇ ਵੀ ਜਾ ਸਕਦੇ, ਕੋਈ ਪਾਬੰਦੀ ਨਹੀਂ ਹੈ। ਤੇ ਉਹ ਉਸ ਮਹਿਲਾ ਜਿਵੇਂ ਤੁਸੀਂ 2 ਵਾਰ ਦੱਸਦੇ ਹੋ, 2 ਵਾਰ ਉਹਨਾਂ ਨੇ ਇੱਥੇ ਪਬਲਿਕ ਡੀਲਿੰਗ ਜਿਵੇਂ ਆਮ ਲੋਕਾਂ ਦੇ ਨਾਲ ਉਦਾਂ ਹੀ ਹੋਈ ਹੈ ਜਾਂ ਕਿਤੇ ਉਹਨਾਂ ਦੇ ਨਾਲ ਵੱਖਰੀ ਕੋਈ ਡੀਲਿੰਗ ਹੋਈ? ਨਹੀਂ, ਕਦੇ ਵੀ ਨਹੀਂ। ਜਿਹੜੇ ਰੂਮ 'ਚ ਉਹ ਸਾਰੀ ਪਬਲਿਕ ਨਾਲ ਡੀਲਿੰਗ ਕਰਦੇ ਆ ਉਸੇ ਰੂਮ 'ਚ ਹੀ ਬੈਠ ਕੇ ਉਹਨਾਂ ਨਾਲ ਗੱਲਬਾਤ ਹੋਈ, ਅਲੱਗ ਨਹੀਂ। ਤਾਂ ਇਹ ਮਹਿਲਾ ਕਰਮਚਾਰੀ ਨੇ ਮਨਿੰਦਰ ਕੌਰ, ਜੋ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਦਫ਼ਤਰ ਦੇ ਵਿੱਚ ਪਿਛਲੇ 2.5 ਸਾਲਾਂ ਤੋਂ ਕੰਮ ਕਰ ਰਹੇ ਨੇ। ਜੋ ਵੀ ਇੱਥੇ ਆਮ ਲੋਕਾਂ ਦੀਆਂ ਸਹੂਲਤਾਂ ਦੇ ਲਈ ਸਰਕਾਰੀ ਸਕੀਮਾਂ ਕਹਿ ਲਈਏ ਜਾਂ ਕੋਈ ਫਾਰਮ ਭਰਵਾਉਣਾ ਹੋਵੇ, ਕਿਸੇ ਸਰਕਾਰੀ ਦਫ਼ਤਰ ਦਾ ਕੰਮ ਹੋਵੇ ਤਾਂ ਇਸੇ ਦਫ਼ਤਰ ਦੇ ਵਿੱਚੋਂ ਸਾਰਾ ਚਲਾਇਆ ਜਾਂਦਾ ਹੈ। ਦਰਅਸਲ ਇਹ ਦਫ਼ਤਰ ਬੈਂਸ ਭਰਾਵਾਂ ਦੇ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਹੀ ਬਣਾਇਆ ਗਿਆ ਸੀਗਾ, ਪਰ ਅੱਜ ਸ਼ਾਇਦ ਇਹ ਦਫ਼ਤਰ ਦੇ ਵਿੱਚ ਜਿਸ ਤਰੀਕੇ ਦੀਆਂ ਇਸਥੋਂ ਖਬਰਾਂ ਨਿਕਲੀਆਂ ਨੇ ਤਾਂ ਉਸਨੇ ਪੰਜਾਬ ਦੀ ਸਿਆਸਤ ਨੂੰ ਵੀ ਭੜਕਾਇਆ ਹੋਇਆ ਹੈ। ਤਾਂ ਇੱਥੇ ਕਾਊਂਟਰ ਬਣੇ ਨੇ, ਕੁਝ ਮਹਿਲਾਵਾਂ ਵੀ ਇੱਥੇ ਕੰਮ ਕਰਵਾਉਂਦੀਆਂ ਲਾਈਆਂ। ਭੈਣ ਜੀ, ਕੀ ਨਾਂ ਜੀ ਤੁਹਾਡਾ? ਮਨਦੀਪ ਕੌਰ, ਕਿੱਥੋਂ ਆਏ ਤੁਸੀਂ? ਜਨਤਾ ਨਗਰ ਤੋਂ। ਅੱਛਾ, ਜਿਸ ਤਰੀਕੇ ਦੀਆਂ ਇੱਥੋਂ ਖਬਰਾਂ ਤੁਸੀਂ ਵੀ ਸੁਣਿਆ ਹੋਊਗੀਆਂ, ਬਹੁਤ ਮੁੱਦਾ ਵੀ ਭਖਿਆ ਹੋਇਆ ਹੈ। ਤੁਸੀਂ ਪਹਿਲਾਂ ਵੀ ਇੱਥੇ ਕੰਮ ਕਰਵਾਉਣ ਲਈ ਆਉਂਦੇ ਹੋਊਗੇ ਆਪਣੇ ਸਰਕਾਰੀ ਦਫ਼ਤਰਾਂ ਦੇ ਕੰਮ ਜਾਂ ਕੋਈ ਫਾਰਮ ਭਰਵਾਉਣ ਦੇ ਲਈ? ਹਾਂਜੀ। ਕਦੇ ਕੁਝ ਤੁਹਾਡੇ ਨਾਲ ਵਧੀਕੀ ਜਾਂ ਕਦੀ ਕਿਸੇ ਨੇ ਵਰਤਾਅ ਮਾੜਾ ਕੀਤਾ ਹੋਵੇ ਇੱਥੇ? ਨਹੀਂ ਜੀ, ਕਦੇ ਨਹੀਂ ਹੋਇਆ ਇਦਾਂ ਦਾ। ਹਾਂ, ਭੈਣ ਭਰਾਵਾਂ ਵਾਂਗੂ ਜਿਵੇਂ ਬੈਂਸ ਸਾਹਿਬ ਤੋਂ ਭੈਣ ਭਰਾਵਾਂ ਵਾਂਗੂ ਕੰਮ ਕਰਾਉਂਦੇ ਆ, ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਕਦੇ ਵੀ। ਹਾਂਜੀ। ਜਿਸ ਤਰੀਕੇ ਦੇ ਨਾਲ ਮਹਿਲਾ ਦੇ ਵੱਲੋਂ ਇਲਜ਼ਾਮ ਲਗਾਏ ਨੇ, ਤੁਸੀਂ ਕਿੱਦਾਂ ਦੇਖਦੇ ਹੋ ਬਤੌਰ ਇੱਕ ਮਹਿਲਾ? ਹਾਂਜੀ, ਇਹ ਤਾਂ ਗਲਤ ਹੈ ਜੀ, ਗਲਤ ਇਲਜ਼ਾਮ ਹੀ ਹੈ। ਹਾਂਜੀ। ਭੈਣ ਜੀ, ਕਦੀ ਤਕਲੀਫ ਹੋਈ ਇੱਥੇ ਆਉਂਦੇ ਜਦੋਂ ਕੰਮ ਕਰਵਾਉਣ ਆਉਂਦੇ, ਡੀਲਿੰਗ ਕਿੱਦਾਂ ਦੀ ਕਰਦੇ ਨੇ? ਬਿਲਕੁਲ ਵਧੀਆ। ਕਦੀ ਕਿਸੇ ਮਹਿਲਾ ਨੂੰ ਐ ਤਾਂ ਨਹੀਂ ਕਿਹਾ ਵੀ ਉਹ ਜਿਹੜਾ ਖੂਫੀਆ ਕਮਰੇ ਦੇ ਵਿੱਚ ਜਾ ਕੇ ਬੈਠ ਕੇ? ਜੀ ਨਹੀਂ ਜੀ, ਨਹੀਂ ਜੀ। ਕਈ ਵਾਰੀ ਅਸੀਂ ਜੈਂਟਸ, ਮੇਰੇ ਹਸਬੰਡ ਵੀ ਆਏ ਸੀਗੇ ਤੇ ਅਸੀਂ ਇਹ ਕਮਰੇ 'ਚ ਹੀ ਚਲੇ ਗਏ ਸੀਗੇ ਤੇ ਉਹਨਾਂ ਨੇ ਕਿਹਾ ਕਿ ਇੱਧਰ ਆ ਕੇ ਗੱਲ ਕਰ ਲਓ। ਬਾਕੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਸਾਨੂੰ ਤਾਂ ਕਦੇ ਖਬਰ ਝੂਠੀ ਹੋ ਸਕਦੀ। ਤਾਂ ਕਰਮਚਾਰੀ ਲਗਾਤਾਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਉਹਨਾਂ ਤੋਂ ਜਾਣ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਇੱਥੇ ਕੰਮਕਾਜ ਚਲਾਇਆ ਜਾਂਦਾ ਹੈ। ਤੋਂ ਇੱਥੇ ਕੁਝ ਲੋਕ ਇਸ ਹਲਕੇ ਦੇ ਨਾਲ ਸੰਬੰਧਿਤ ਆਪਣਾ ਕੰਮ ਕਰਵਾਉਣ ਦੇ ਲਈ, ਫਾਰਮ ਭਰਵਾਉਣ ਦੇ ਲਈ ਆਏ ਨੇ। ਤਾਂ ਇੱਥੇ ਕੁਝ ਮੁੰਡੇ ਕੁੜੀਆਂ ਜੋ ਕਰਮਚਾਰੀ ਦੇ ਰੂਪ ਦੇ ਵਿੱਚ ਜਿਨ੍ਹਾਂ ਨੂੰ ਰੋਜ਼ਗਾਰ ਵੀ ਮਿਲਿਆ, ਉਹ ਵੀ ਇੱਥੋਂ ਕੰਮਕਾਰ ਕਰ ਰਹੇ ਨੇ। ਤਾਂ ਆਪਾਂ ਇਸ ਦਫ਼ਤਰ ਨੂੰ ਵੀ ਅੰਦਰੋਂ ਵੀ ਦਿਖਾਉਣਾ ਚਾਹਾਂਗੇ, ਕਿਉਂਕਿ ਇਹ ਜਿਸ ਕਮਰੇ ਨੂੰ ਬਹੁਤ ਜ਼ਿਆਦਾ ਲੈ ਕੇ ਮੁੱਦਾ ਬਣਾਇਆ ਜਾ ਰਿਹਾ, ਜਿਸ ਕਮਰੇ ਦੀ ਖੂਫੀਆ ਕਮਰਾ ਕਿਹਾ ਜਾ ਰਿਹਾ, ਜਿੱਥੇ ਕਿਹਾ ਜਾਂਦਾ ਵੀ ਲਾਈਟਾਂ ਬੰਦ ਨੇ, ਤਾਂ ਇਹ ਇੱਕ ਪਾਸੇ ਜਿੱਦਾਂ ਤੁਸੀਂ ਦੇਖਿਆ ਵੀ ਸਿਮਰਜੀਤ ਸਿੰਘ ਬੈਂਸ ਹੋਰਾਂ ਦਾ ਦਫ਼ਤਰ ਹੈ, ਤਾਂ ਦੂਜੇ ਪਾਸੇ ਇਸੇ ਕਮਰੇ ਦੇ ਨਾਲ ਅਟੈਚ ਇਹ ਦਫ਼ਤਰ ਬਣਾਇਆ ਹੈ ਉਹਨਾਂ ਦੇ ਜਿਹੜੇ ਬਲਵਿੰਦਰ ਸਿੰਘ ਵੱਡੇ ਭਰਾ ਨੇ, ਬਲਵਿੰਦਰ ਸਿੰਘ ਬੈਂਸ ਹੋਰਾਂ ਦੇ ਵੱਲੋਂ। ਭਾਈ ਜੀ, ਤੁਸੀਂ ਕੁਝ ਹੋਰ ਵੀ ਜਾਣਕਾਰੀ ਭਾਈ ਜੀ ਕੁਝ ਦੇਣਾ ਚਾਹੁੰਦੇ ਹੋ ਇਸ ਦਫ਼ਤਰ ਦੇ ਬਾਰੇ? ਇਸ ਦਫ਼ਤਰ 'ਚ ਜਿਹੜਾ ਮਰਜ਼ੀ ਆ ਕੇ ਪੂਰੀ ਟਰਾਂਸਪੇਰੈਂਟੀ ਹੈ ਜੀ ਇਸ 'ਚ। ਚਾਹੇ ਉਧਰਲੇ ਦਫ਼ਤਰ ਬੈਠੋ ਚਾਹੇ ਇੱਧਰਲੇ। ਜਦੋਂ ਕੋਈ ਬੰਦੇ ਸਾਡੇ ਪ੍ਰਧਾਨ ਆਉਂਦੇ ਨੇ ਜਾਂ ਇਕੱਠੇ ਫੈਮਿਲੀ ਵਾਲੇ ਆਉਂਦੇ ਨੇ, ਕੋਈ ਬੰਦਾ ਆਪਣਾ ਮੈਟਰ ਕਲੀਅਰ ਨਹੀਂ ਕਰ ਪਾਉਂਦਾ, ਅਗਲਾ ਕਹਿੰਦਾ ਮੈਂ 50 ਬੰਦਿਆਂ 'ਚ 20 ਬੰਦਿਆਂ ਤੁਹਾਨੂੰ ਨਹੀਂ ਦੱਸਣਾ,
ਇਹ ਰੂਮ ਜਿਹੜਾ ਤੁਸੀਂ ਨਾਲ ਪਹਿਲਾਂ ਦਿਖਾਇਆ, ਜਿਹੜਾ ਲੇਡੀਜ਼ ਬਲੇਮ ਕਰ ਰਹੀ ਆ, ਉਸ ਰੂਮ ਦੇ ਵਿੱਚ ਅਸੀਂ ਫੈਮਿਲੀ ਨੂੰ ਬਿਠਾਉਂਦੇ ਆ, ਜਿਨ੍ਹਾਂ ਦਾ ਫੈਮਿਲੀ ਡਿਸਪਿਊਟ ਹੁੰਦਾ, ਦੋ ਫੈਮਲੀਆਂ ਬਹਿ ਗਈਆਂ, ਕੋਈ ਚਲੋ ਅਗਲਾ ਕਿਸੇ ਸਾਹਮਣੇ ਨਹੀਂ ਗੱਲ ਕਰਨਾ ਚਾਹੁੰਦਾ, ਮਤਲਬ ਉਸ ਵਾਸਤੇ ਇਹ ਰੂਮ ਹੈ ਜੀ। ਜੇ ਆਪਾਂ ਇਹਨੂੰ ਕਹੀਏ ਵੀ ਕੋਈ ਗਲਤ ਕਵੇ ਤਾਂ ਗਲਤ ਗੱਲ ਹੈ। ਦੇਖੋ ਇਨਸਾਫ ਦਾ ਮੰਦਿਰ ਹੈ ਸਾਡੇ ਵਾਸਤੇ ਤਾਂ ਇਹ। ਮੈਂ 10 ਸਾਲ ਤੋਂ ਪਿਛਲੇ ਜੌਬ ਕਰ ਰਿਹਾ ਉਰੇ, ਮਤਲਬ 10 ਸਾਲ 'ਚ ਕਦੀ ਮੈਂ ਇਦਾਂ ਦੀ ਕੋਈ ਗੱਲ ਨਹੀਂ ਸੁਣੀ ਜੀ। ਤਾਂ ਇਹ ਬਲਵਿੰਦਰ ਸਿੰਘ ਬੈਂਸ ਹੋਰਾਂ ਦੇ ਕਮਰੇ ਦੇ ਨਾਲ ਵੀ ਉਹੀ ਕਮਰਾ ਅਟੈਚ ਹੈ ਜਿੱਥੋਂ ਜਿਸ ਕਮਰੇ ਨੂੰ ਖੂਫੀਆ ਕਮਰਾ ਕਿਹਾ ਜਾਂਦਾ ਹੈ। ਇੱਥੋਂ ਇੱਕ ਪਾਸੇ ਬਲਵਿੰਦਰ ਸਿੰਘ ਬੈਂਸ ਹੋਰਾਂ ਦੇ ਕਮਰੇ ਦੇ ਨਾਲ ਇਹ ਰੂਮ ਅਟੈਚ ਹੈ, ਤਾਂ ਦੂਸਰੇ ਪਾਸੇ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਕਮਰੇ ਦੇ ਨਾਲ ਅਟੈਚ ਹੈ। ਔਰ ਇਸ ਨੂੰ ਦਫ਼ਤਰ ਦੇ ਵਿੱਚੋਂ ਵੀ ਦਰਵਾਜ਼ਾ ਰੱਖਿਆ ਹੈ ਔਰ ਦੋਨੋਂ ਸਾਈਡ ਤੋਂ ਦਰਵਾਜ਼ਾ ਦਿੱਤਾ ਹੈ ਤਾਂ ਜੋ ਜੇ ਕੋਈ ਇਹਨਾਂ ਦੇ ਮੁਤਾਬਕ ਕਿ ਕੋਈ ਫੈਮਿਲੀ ਨੂੰ ਕੋਈ ਦਿੱਕਤ ਆਉਂਦੀ ਹੈ, ਜੇ ਦੋ ਪਰਿਵਾਰਾਂ ਦਾ ਝਗੜਾ ਹੈ ਤਾਂ ਇਸ ਕਮਰੇ ਦੇ ਵਿੱਚ ਬਿਠਾ ਕੇ ਉਹਨਾਂ ਦੇ ਝਗੜੇ ਨੂੰ ਨਿਪਟਾ ਦਿੱਤਾ ਜਾਂਦਾ ਹੈ। ਹਾਲਾਂਕਿ ਉਸ ਮਹਿਲਾ ਦੇ ਵੱਲੋਂ ਬਹੁਤ ਗੰਭੀਰ ਇਲਜ਼ਾਮ ਲਾਏ ਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਸ ਖੂਫੀਆ ਕਮਰੇ ਨੂੰ ਵੀ ਤੁਹਾਨੂੰ ਤਸਵੀਰਾਂ ਇਸੇ ਲਈ ਦਿਖਾਈਆਂ ਵੀ ਉਸ ਦੀ ਬਣਤਰ ਕਿੱਦਾਂ ਦੀ ਹੈ, ਕਿਉਂਕਿ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਵੀ ਲਗਾ ਰਹੇ ਨੇ ਵੀ ਇਹ ਜਿਸ ਤਰੀਕੇ ਦੇ ਨਾਲ ਰਾਮ ਰਹੀਮ ਦੀਆਂ ਗੁਫਾਵਾਂ ਸੀਗੀਆਂ ਉੱਦਾਂ ਦੀਆਂ ਗੁਫਾਵਾਂ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਦਫ਼ਤਰ ਵਿੱਚ। ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ, ਅਸੀਂ ਕਿਸੇ ਨੂੰ ਗਲਤ ਜਾਂ ਸਹੀ ਨਹੀਂ ਠਹਿਰਾਉਂਦੇ ਕਿਉਂਕਿ ਇਲਜ਼ਾਮ ਮਹਿਲਾ ਨੇ ਲਗਾਏ ਨੇ। ਪੁਲਿਸ ਜਾਂਚ ਕਰ ਰਹੀ ਹੈ, ਜਾਂਚ ਤੋਂ ਬਾਅਦ ਜੋ ਵੀ ਸੱਚ ਹੋਵੇਗਾ ਉਹ ਜਲਦ ਸਾਰਿਆਂ ਦੇ ਸਾਹਮਣੇ ਹੋਵੇਗਾ। ਮਹਿਲਾ ਕਰਮਚਾਰੀ ਮਨਿੰਦਰ ਕੌਰ ਇੱਕ ਵਾਰ ਫਿਰ ਜੁੜੇ ਨੇ। ਭੈਣ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਤਾਂ ਜਿਸ ਤਰੀਕੇ ਦੇ ਨਾਲ ਭਾਜੀ ਉਹਨਾਂ ਨੇ ਵੀ ਦੱਸਿਆ ਵੀ ਦੋਨੋਂ ਪਾਸਿਓਂ ਅਟੈਚ ਹੈ ਔਰ ਫੈਮਲੀਜ਼ ਦਾ ਹੀ ਇੱਥੇ ਜੇ ਕੋਈ ਦੋ ਫੈਮਲੀਜ਼ ਦਾ ਡਿਸਪਿਊਟ ਹੈਗਾ ਤਾਂ ਉਹਨਾਂ ਨੂੰ ਬੈਠ ਕੇ ਸੁਲਝਾ ਲਿਆ ਜਾਂਦਾ ਹੈ। ਜਿਹੜੇ 2 ਘੰਟੇ ਸਵੇਰੇ ਬੈਠਦੇ ਨੇ ਬੈਂਸ ਸਾਹਿਬ ਬੈਠਦੇ ਨੇ, ਉਹ ਇਸ ਕਮਰੇ 'ਚ ਬੈਠਦੇ ਨੇ ਜਾਂ ਫਿਰ ਆਪਣੇ ਆਪਣੇ ਦਫ਼ਤਰ 'ਚ? ਆਪਣੇ ਆਪਣੇ ਦਫ਼ਤਰ ਦੇ ਵਿੱਚ ਬੈਠਦੇ ਆ। ਜੇ ਕੋਈ ਫੈਮਿਲੀ ਡਿਸਟ੍ਰੀਬਿਊਟ ਆ ਜਾਂਦਾ ਹੈ ਸਾਰੇ ਪਰਸਨ ਦੇ ਸਾਹਮਣੇ ਕਈ ਵਾਰੀ ਕੋਈ ਇਹੋ ਜਿਹਾ ਮਸਲਾ ਹੁੰਦਾ ਜੋ ਆਪਾਂ ਸਾਂਝਾ ਨਹੀਂ ਕਰ ਸਕਦੇ, ਇਸ ਲਈ ਕੋਈ ਪਰਸਨ ਜਿਵੇਂ ਕਹਿ ਦਿੰਦਾ ਕਿ ਮੈਂ ਤੁਹਾਡੇ ਨਾਲ ਅਲੱਗ ਗੱਲ ਕਰਨਾ ਚਾਹੁੰਦਾ, ਮੇਰਾ ਫੈਮਿਲੀ ਮੈਟਰ ਹੈ, ਭਾਵੇਂ ਉਹ ਜੈਂਟਸ ਹੈ ਭਾਵੇਂ ਉਹ ਲੇਡੀਜ਼ ਹੈ, ਵਿਦ ਫੈਮਿਲੀ ਆਪਣੇ ਅਲੱਗ ਤੋਂ ਜੇ ਕੋਈ ਗੱਲ ਕਰਨਾ ਚਾਹੁੰਦਾ ਇਹ ਰੂਮ ਇਸ ਲਈ ਹੈ। ਪਰ ਤੁਸੀਂ ਵੀ ਰਿਕਾਰਡਿੰਗ ਸੁਣੀਆਂ ਹੋਣਗੀਆਂ, ਉਹਦੇ ਵਿੱਚ ਜਿਸ ਤਰੀਕੇ ਦੀ ਗੱਲਬਾਤ ਹੋ ਰਹੀ ਹੈ, ਹਾਲਾਂਕਿ ਉਹਨਾਂ ਤੋਂ ਸਪਸ਼ਟ ਕੁਝ ਨਹੀਂ ਹੁੰਦਾ, ਪਰ ਜਿਸ ਤਰੀਕੇ ਦੀ ਗੱਲਬਾਤ ਹੋ ਰਹੀ ਹੈ, ਮੈਂ ਕਮਰੇ ਦੇ ਵਿੱਚ ਬੈਠੀ ਹਾਂ, ਉਹ ਆ ਨਹੀਂ ਰਹੇ, ਮਿਲ ਨਹੀਂ ਆ ਰਹੇ, ਤੁਸੀਂ ਦੂਜੇ ਦਰਵਾਜ਼ੇ ਤੋਂ ਘੁੰਮ ਲਓ, ਤੁਹਾਡੇ ਮਨ 'ਚ ਨਹੀਂ ਆਉਂਦਾ ਡਰ ਵੀ ਇੱਥੇ ਇਦਾਂ ਦੀਆਂ ਖਬਰਾਂ ਇਸ ਜਗ੍ਹਾ ਤੋਂ ਨਿਕਲ ਕੇ ਆ ਰਹੀਆਂ ਨੇ, ਕਿਤੇ ਵਾਕਿਆ ਹੀ ਕਿਸੇ ਦੇ ਨਾਲ ਇਦਾਂ ਦੀ ਸੱਚੀ ਘਟਨਾ ਨਾ ਹੋਈ ਹੋਵੇ? ਕਿਉਂਕਿ ਹਾਲਾਂਕਿ ਆਪਾਂ ਬਾਰ-ਬਾਰ ਇਹੀ ਕਹਿ ਰਹੇ ਹਾਂ ਵੀ ਜਾਂਚ ਦਾ ਵਿਸ਼ਾ ਹੈ, ਜਾਂਚ ਤੋਂ ਬਾਅਦ ਸੱਚ ਜਿਹੜਾ ਦੋਸ਼ੀ ਹੋਊਗਾ ਉਹਨੂੰ ਸਜ਼ਾ ਜ਼ਰੂਰ ਮਿਲੇਗੀ, ਆਪਾਂ ਬਾਰ-ਬਾਰ ਇਹੀ ਕਹਿ ਰਹੇ ਹਾਂ। ਤੁਹਾਡੇ ਮਨ 'ਚ ਡਰ ਨਹੀਂ ਆਉਂਦਾ? ਤੁਸੀਂ ਵੀ ਮਹਿਲਾ ਕਰਮਚਾਰੀ ਹੋ। ਨਹੀਂ, ਮੇਰੇ ਮਨ 'ਚ ਕਦੇ ਡਰ ਨਹੀਂ ਆਇਆ ਜੀ। ਮੈਨੂੰ 2.5 ਸਾਲ ਹੋ ਗਏ ਇਸ ਦਫ਼ਤਰ 'ਚ ਆਉਂਦੀ ਨੂੰ। ਕਈ ਵਾਰੀ ਇਹ ਹੁੰਦਾ ਸੀ 2 ਲੜਕੀਆਂ, ਇੱਕ ਛੁੱਟੀ ਤੇ ਹੁੰਦੀ ਹੈ, ਇੱਕ ਇਕੱਲੀ ਹੁੰਦੀ, ਤਾਂ ਵੀ ਸਾਡੇ ਮਨ 'ਚ ਕਦੇ ਇਹ ਨਹੀਂ ਹੈ ਕਿ ਅਸੀਂ ਇਸ ਰੂਮ 'ਚ ਨਹੀਂ ਜਾਣਾ ਜਾਂ ਇੱਧਰੋਂ ਨਹੀਂ ਲੰਘਣਾ, ਕਿਉਂਕਿ ਸਾਡਾ ਡੇਲੀ ਵੇ 9 ਤੋਂ 5 ਵਜੇ ਤੱਕ ਡਿਊਟੀ ਹੈ। ਜਿੰਨਾ ਚਿਰ ਬੈਂਸ ਸਾਹਿਬ ਬੈਠੇ ਸਾਨੂੰ ਅੰਦਰ ਜਾਣਾ ਪੈਂਦਾ, ਬਾਹਰ ਪਬਲਿਕ ਨਾਲ ਮਿਲਣਾ ਪੈਂਦਾ। ਸਾਨੂੰ ਅੱਜ ਤੱਕ ਕੋਈ ਇਦਾਂ ਦਾ ਡਰ ਨਹੀਂ ਆਇਆ। ਅਸੀਂ ਜਾ ਵੀ ਸਕਦੇ ਹਾਂ, ਕਦੇ ਵੀ ਬਾਹਰ ਆ ਸਕਦੇ ਹਾਂ, ਕੋਈ ਦਬਾਅ ਤਾਂ ਨਹੀਂ ਹੋ ਕਿਸੇ ਦੇ ਦਬਾਅ ਦੇ ਵਿੱਚ ਵੀ ਤੁਹਾਡੀ ਨੌਕਰੀ ਨਾ ਜਾਂਦੀ ਲੱਗੇ? ਨਹੀਂ ਨਹੀਂ ਭਾਜੀ, ਨੌਕਰੀ ਦਾ ਕੋਈ ਦਬਾਅ ਨਹੀਂ ਜੀ। ਨੌਕਰੀ ਕਰਨੀ ਹੈ ਆਪਣੇ ਦਮ ਤੇ ਕਰਨੀ ਹੈ, ਨਹੀਂ ਤਾਂ ਜੇ ਨਹੀਂ ਕਰਨੀ ਤਾਂ ਨਹੀਂ ਕਰਨੀ, ਪਰ ਕਿਸੇ ਦੇ ਦਬਾਅ 'ਚ ਨਹੀਂ ਕਰਨੀ। ਪਰ ਜਿਸ ਤਰੀਕੇ ਦੇ ਵੱਡੇ ਇਲਜ਼ਾਮ ਉਸ ਮਹਿਲਾ ਦੇ ਵੱਲੋਂ ਲਾਏ ਨੇ ਤਾਂ ਫਿਰ ਉਹ ਬਹੁਤ ਗੰਭੀਰ ਨੇ। ਕੌਣ ਆਪਣੀ ਇਸ ਤਰੀਕੇ ਦੇ ਨਾਲ ਇੱਜ਼ਤ ਉਛਾਲਣਾ ਚਾਹੁੰਦਾ ਹੈ ਟੀਵੀਆਂ ਦੇ ਉੱਤੇ ਆ ਕੇ ਲੋਕਾਂ ਦੇ ਸਾਹਮਣੇ? ਹਰ ਬੰਦਾ ਕਹਿੰਦਾ ਵੀ ਮੇਰੀ ਇੱਜ਼ਤ ਨਾ ਉਛਲੇ। ਉਹ ਤਾਂ ਲਗਾਤਾਰ ਸਾਹਮਣੇ ਆ ਰਹੇ ਨੇ ਵੀ ਮੇਰੇ ਨਾਲ ਇੱਦਾਂ ਕੀਤਾ ਹੈ, ਇੱਦਾਂ ਹੋਇਆ ਮੇਰੇ ਨਾਲ। ਭਾਜੀ ਨਹੀਂ, ਜ਼ਰੂਰੀ ਨਹੀਂ ਹੁੰਦਾ। ਕਈ ਵਾਰੀ ਇੱਕ ਪਰਸਨ ਲਈ ਪੈਸਾ ਹੀ ਸਭ ਤੋਂ ਜ਼ਰੂਰੀ ਹੋ ਜਾਂਦਾ ਹੈ। ਉਹ ਪੈਸੇ ਪਿੱਛੇ ਆਪਣੀ ਇੱਜ਼ਤ, ਆਪਣੇ ਪਰਿਵਾਰ ਦੀ ਇੱਜ਼ਤ, ਕਿਸੇ ਚੀਜ਼ ਦਾ ਧਿਆਨ ਨਹੀਂ ਰੱਖਦੇ। ਜ਼ਰੂਰੀ ਨਹੀਂ ਕਿ ਹਰ ਮਹਿਲਾ ਸਾਫ਼ ਹੋਵੇ, ਜ਼ਰੂਰੀ ਨਹੀਂ ਕਿ ਹਰ ਮਹਿਲਾ ਗਲਤ ਹੋਵੇ। ਇਹ ਤਾਂ ਆਪਣੀ ਸੋਚ 'ਤੇ ਡਿਪੈਂਡ ਕਰਦਾ ਹੈ। ਜੇ ਉਹ ਹੈ ਹੀ ਇਦਾਂ ਦੀ ਤਾਂ ਇਦਾਂ ਦੇ ਇਲਜ਼ਾਮ ਲਗਾਊਗੀ। ਅਸੀਂ ਵੀ 2.5 ਸਾਲ ਹੋ ਗਏ ਇੱਥੇ ਆਉਂਦੇ, ਇਸ ਸਾਡੇ ਨਾਲ ਤਾਂ ਅੱਜ ਤੱਕ ਨਾ ਕੋਈ ਇਦਾਂ ਦੀ ਗੱਲ ਹੋਈ, ਨਾ ਅਸੀਂ ਕਦੇ ਕਿਹਾ। ਬੈਂਸ ਸਾਹਿਬ ਛੋਟੀ ਸਿਸਟਰ ਮੰਨਦੇ ਆ ਮੈਨੂੰ, ਉਹ ਮੈਨੂੰ ਛੋਟੀ ਸਿਸਟਰ ਮੰਨਦੇ ਆ। ਮੈਨੂੰ ਵੀ ਇਸ ਦਫ਼ਤਰ 'ਚ ਕੰਮ ਕਰਨ ਲੱਗਿਆ ਕੋਈ ਕਹਿੰਦੇ ਮੈਂ ਵੀ ਇੱਕ ਭੈਣ ਦੇ ਰੂਪ ਦੇ ਵਿੱਚ ਹੀ ਆਈ ਸੀਗੀ, ਮੈਨੂੰ ਵੀ ਇੰਨਾ ਵਿਸ਼ਵਾਸ ਸੀਗਾ। ਨਹੀਂ ਭਾਜੀ, ਜ਼ਰੂਰ ਇਹ ਉਹਨਾਂ ਦੀ ਸੋਚ ਹੈ। ਹਰ ਕਿਸੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ, ਉਹਨਾਂ ਦੀ ਸੋਚ 'ਤੇ ਡਿਪੈਂਡ ਕਰਦਾ ਕਿ ਉਹ ਕੀ ਸੋਚਦੇ ਨੇ। ਮੇਰੀ ਸੋਚ ਹੈ ਕਿ ਉਹ ਮੇਰੇ ਵੱਡੇ ਬ੍ਰਦਰ ਹੈ ਔਰ ਉਹ ਬਿਲਕੁਲ ਸਹੀ ਹੈ। ਉਹਨਾਂ 'ਤੇ ਜੋ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਸਭ ਗਲਤ ਹੈ। ਮਾਫ ਕਰਨਾ, ਕਾਊਂਟਰ ਦੇ ਉੱਤੇ ਕਦੀ ਮਹਿਲਾ ਆਈ ਹੋ? ਕਦੀ ਕਾਊਂਟਰ ਤੇ ਡੀਲਿੰਗ ਹੋਈ ਸੀ ਉਸ ਮਹਿਲਾ ਦੀ? ਨਹੀਂ, ਇੰਨਾ ਯਾਦ ਨਹੀਂ ਰਹਿੰਦਾ ਕਿਉਂਕਿ ਬਹੁਤ ਪਬਲਿਕ ਡੀਲਿੰਗ ਹੁੰਦੀ ਹੈ। ਇੰਨਾ ਯਾਦ ਨਹੀਂ ਰਹਿੰਦਾ ਭਾਜੀ, ਕਿਉਂ ਇੰਨੇ ਸਾਰੇ ਲੋਕ ਆਉਂਦੇ ਆ, ਇਕੱਠੇ ਹੋ ਜਾਂਦੇ ਆ, ਕਈ ਵਾਰੀ ਨਹੀਂ ਯਾਦ। ਅੱਛਾ, ਇੱਕ ਭਾਬੀ ਜੀ ਦਾ ਜ਼ਿਕਰ ਕੀਤਾ ਜਾ ਰਿਹਾ ਬਾਰ-ਬਾਰ। ਭਾਬੀ ਨੇ ਮੈਨੂੰ ਕਿਹਾ, ਭਾਬੀ ਨੇ ਬੁਲਾਇਆ, ਭਾਬੀ ਥਰੂ ਡੀਲ ਹੋਈ ਸਾਰੀ, ਭਾਬੀ ਕਹਿੰਦੀ ਸੀ ਇੱਥੇ ਬਹਿ ਜਾ। ਕੌਣ ਨੇ ਉਹ ਭਾਬੀ? ਕੀ ਬੈਂਸ ਸਾਹਿਬ ਦਾ ਕੀ ਰਿਸ਼ਤਾ ਉਹਨਾਂ ਦੇ ਨਾਲ? ਨਹੀਂ, ਮੈਨੂੰ ਨਹੀਂ ਪਤਾ। ਦੇਖੋ, ਸਾਡਾ ਕੰਮ ਹੈ ਦਫ਼ਤਰ ਦਾ, ਅਸੀਂ ਦਫ਼ਤਰ 'ਚ ਬਹਿ ਕੇ ਚਲੇ ਜਾਂਦੇ। ਬਾਕੀ ਜੋ ਬਾਹਰ ਕੋਈ ਗਲੀ 'ਚ ਜਾਂ ਕੁਛ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਸਾਡਾ ਕੰਮ ਹੈ ਪਬਲਿਕ ਡੀਲਿੰਗ ਕਰਨ ਦਾ। ਅਸੀਂ 9 ਵਜੇ ਆਉਂਦੇ ਹਾਂ, ਪਬਲਿਕ ਡੀਲਿੰਗ ਕਰਦੇ ਹਾਂ, 5 ਵਜੇ ਆਪਣੇ ਘਰ ਚਲੇ ਜਾਂਦੇ, ਇਸ ਤੋਂ ਵੱਧ ਕੁਛ ਨਹੀਂ। ਬੈਂਸ ਉਹਨਾਂ ਦਾ ਘਰ ਵੀ ਇੱਥੇ ਨੇੜੇ ਹੀ ਹੈ, ਦਫ਼ਤਰ ਦੇ ਨਾਲ ਅਟੈਚ ਹੈ ਕਿਤੇ, ਜਾਂ ਜਿਹੜਾ ਇੱਕ ਘਰ ਦੀ ਅਲੱਗ ਹੈ ਜੀ, ਉਹ ਅਲੱਗ ਰਹਿੰਦੇ ਆ, ਦੂਰ ਰਹਿੰਦੇ ਆ ਇੱਥੋਂ।
ਤਾਂ ਤੁਸੀਂ ਇਸ ਸਟਾਫ ਮੈਂਬਰ ਤੋਂ ਵੀ ਸੁਣਿਆ ਵੀ ਕਿਸ ਤਰੀਕੇ ਦੇ ਨਾਲ ਇਸ ਦਫ਼ਤਰ ਦੇ ਵਿੱਚ ਡੀਲਿੰਗ ਕੀਤੀ ਜਾਂਦੀ ਹੈ, ਕਿਸ ਤਰੀਕੇ ਦੇ ਨਾਲ ਲੋਕਾਂ ਦੇ ਕੰਮ ਕੀਤੇ ਜਾਂਦੇ ਨੇ। ਤਾਂ ਉਸ ਖੂਫੀਆ ਕਮਰੇ ਦਾ ਰਾਜ਼ ਵੀ ਕੋਸ਼ਿਸ਼ ਕੀਤੀ ਹੈ ਤੁਹਾਡੇ ਸਾਹਮਣੇ ਖੋਲ੍ਹਣ ਦੀ, ਤਸਵੀਰਾਂ ਦੇ ਰਾਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਸ ਤਰੀਕੇ ਦਾ ਉਹ ਰੂਮ ਹੈ ਔਰ ਉਸ ਰੂਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਡੀਲਿੰਗ ਕੀਤੀ ਜਾਂਦੀ ਹੈ। ਹਾਲਾਂਕਿ ਇਲਜ਼ਾਮ ਬੇਹੱਦ ਗੰਭੀਰ ਨੇ, ਜਾਂਚ ਦਾ ਵਿਸ਼ਾ ਹੈ, ਜਾਂਚ ਚੱਲ ਰਹੀ ਹੈ ਲਗਾਤਾਰ, ਪਰ ਜਿਸ ਤਰੀਕੇ ਦਾ ਇਲਜ਼ਾਮ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਲੱਗੇ ਨੇ ਉਹ ਬਹੁਤ ਗੰਭੀਰ ਨੇ। ਹਾਲਾਂਕਿ ਸਿਮਰਜੀਤ ਸਿੰਘ ਬੈਂਸ ਲਗਾਤਾਰ ਆਪਣੇ ਆਪ ਨੂੰ ਨਿਰਦੋਸ਼ ਦੱਸ ਰਹੇ ਨੇ ਔਰ ਇਸ ਨੂੰ ਸਾਰਾ ਪੋਲੀਟੀਕਲ ਜਿਹੜਾ ਪ੍ਰਭਾਵ ਇਸ ਪੂਰੇ ਕੇਸ ਦੇ ਉੱਤੇ ਦੱਸ ਰਹੇ ਨੇ ਵੀ ਮੇਰੇ ਨਾਲ ਸਿਆਸੀ ਬਦਲਾਖੋਰੀ ਦੇ ਰੂਪ ਵਿੱਚ ਇਹ ਕੇਸ ਕੀਤਾ ਜਾ ਰਿਹਾ। ਪਰ ਸਾਡੀ ਕੋਸ਼ਿਸ਼ ਸੀ ਵੀ ਉਸ ਖੂਫੀਆ ਕਮਰੇ ਦੀ ਗੱਲ ਜਿਹੜੀ ਉਸ ਮਹਿਲਾ ਦੇ ਵੱਲੋਂ ਕੀਤੀ ਜਾ ਰਹੀ ਹੈ ਉਹ ਕਮਰਾ ਤੁਹਾਨੂੰ ਦਿਖਾਇਆ ਜਾਵੇ ਔਰ ਦੱਸਿਆ ਜਾਵੇ ਵੀ ਉਸ ਕਮਰੇ ਦੀ ਅਟੈਚਮੈਂਟ ਕਿਹੜੇ ਕਮਰਿਆਂ ਦੇ ਨਾਲ ਹੈ, ਕਿੱਥੋਂ ਉਹ ਜੁੜਦਾ ਹੈ ਦਫ਼ਤਰ ਦੇ ਨਾਲ, ਕਿੱਥੋਂ ਸਿਮਰਜੀਤ ਸਿੰਘ ਬੈਂਸ ਦੇ ਦਫ਼ਤਰ ਦੇ ਨਾਲ ਉਹਦੀ ਅਟੈਚਮੈਂਟ ਹੈ, ਕਿੱਥੋਂ ਉਹਦੀ ਕਮਰੇ ਦੀ ਅਟੈਚਮੈਂਟ ਬਲਵਿੰਦਰ ਸਿੰਘ ਬੈਂਸ ਹੋਰਾਂ ਦੇ ਕਮਰੇ ਨਾਲ। ਤਾਂ ਇੱਥੋਂ ਦੇ ਸਟਾਫ ਦਾ ਵੀ ਇਹੀ ਕਹਿਣਾ ਹੈ ਵੀ ਜਿਸ ਤਰੀਕੇ ਦੇ ਇਲਜ਼ਾਮ ਉਹਨਾਂ ਦੇ ਉੱਤੇ ਲਗਾਏ ਜਾ ਰਹੇ ਨੇ ਉਹ ਬੇਹੱਦ ਗਲਤ ਨੇ, ਗੰਭੀਰ ਵੀ ਨੇ ਔਰ ਦੱਸਿਆ ਜਾ ਰਿਹਾ ਵੀ ਇੱਥੇ ਜਿਹੜੀ ਡੀਲਿੰਗ ਹੈ ਉਹ ਸਿਮਰਜੀਤ ਸਿੰਘ ਬੈਂਸ ਆਮ ਲੋਕਾਂ ਦੇ ਨਾਲ ਜਿਸ ਤਰੀਕੇ ਦੀ ਡੀਲਿੰਗ ਹੁੰਦੀ ਹੈ, ਹਰ ਇਨਸਾਨ ਨੂੰ ਉਸ ਦਾ ਹੱਕ ਦਿਵਾਉਣ ਦੇ ਲਈ ਜਾਂ ਫਿਰ ਕੋਈ ਸਰਕਾਰੀ ਮਦਦ ਦੇਣ ਦੇ ਲਈ ਜਿਸ ਤਰੀਕੇ ਦੀ ਵੀ ਡੀਲਿੰਗ ਕਰਨੀ ਪਵੇ ਤਾਂ ਸਵੇਰੇ ਵੀ 2-3 ਘੰਟੇ ਲਈ ਆਉਂਦੇ ਨੇ, ਸ਼ਾਮ ਨੂੰ ਵੀ 2-3 ਘੰਟੇ ਲਈ ਆਉਂਦੇ ਨੇ। ਤਾਂ ਇਸ ਪੂਰੇ ਦਫ਼ਤਰ ਦੇ ਵਿੱਚ ਕਾਰਜ ਪ੍ਰਣਾਲੀ ਕਹਿੰਦੇ ਟਰਾਂਸਪੇਰੈਂਸੀ ਦੇ ਨਾਲ ਹੁੰਦੀ ਹੈ, ਹਰ ਇੱਕ ਨੂੰ ਹੱਕ ਹੈ ਕਿ ਉਹ ਆਪਣਾ ਆ ਕੇ ਇੱਥੇ ਕੰਮ ਕਰਵਾਵੇ ਔਰ ਸਿਮਰਜੀਤ ਸਿੰਘ ਬੈਂਸ ਨੂੰ ਮਿਲਦੇ ਨੇ। ਜਿਸ ਖੂਫੀਆ ਕਮਰੇ ਦੇ ਵਿੱਚ ਉਹ ਮਹਿਲਾ ਦੱਸ ਰਹੀ ਹੈ ਵੀ ਲਾਈਟ ਬੁਝਾ ਦਿੱਤੀ ਜਾਂਦੀ ਸੀਗੀ ਔਰ ਇੱਥੇ ਗਲਤ ਕੰਮ ਕੀਤਾ ਜਾਂਦਾ ਸੀਗਾ, ਮੇਰੇ ਨਾਲ ਰੇਪ ਕੀਤਾ ਗਿਆ, ਉਸ ਕਮਰੇ ਦੇ ਵਿੱਚ ਕਹਿੰਦੇ ਜੇਕਰ ਦੋ ਪਰਿਵਾਰਾਂ ਦਾ ਡਿਸਪਿਊਟ ਹੋਵੇ ਤਾਂ ਉਸ ਪਰਿਵਾਰਾਂ ਨੂੰ ਦੋਨਾਂ ਨੂੰ ਬਿਠਾ ਕੇ ਹੀ ਉਹਨਾਂ ਦਾ ਮਸਲਾ ਸੁਲਝਾਇਆ ਜਾਂਦਾ ਤਾਂ ਜੋ ਪਰਿਵਾਰਾਂ ਦੀ ਗੱਲ ਪਰਿਵਾਰ ਦੇ ਵਿੱਚ ਰਹਿ ਜਾਏ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ ਹਮਦਰਦ TV ਲੁਧਿਆਣਾ।